ਪਰ ਇਹ ਜ਼ਰੂਰ ਖਤਰੇ ਵਾਲੀ ਗੱਲ ਹੁੰਦੀ ਆ ਵੀ ਜੇ ਰੱਬ ਨਾ ਕਰੇ ਅਚਾਨਕ ਸਾਰਾ ਕੁਝ ਕੰਮ ਠੱਪ ਹੋ ਜਾਂਦਾ ਹੈ ਤੇ ਅਮਰੀਕਾ ਜਿਹੜਾ ਡੀਜ਼ਲ ਆ ਉਹ ਸਿਰਫ 50 ਦਿਨ ਦੇ ਲਈ 56 ਦਿਨ ਦੇ ਲਈ ਚਲਾਉਣ ਜੋਗਾ ਰਹਿ ਜਾਊਗਾ। ਸੋ ਇਹ ਡੈਫੀਨੇਟਲੀ ਇੱਕ ਖਤਰੇ ਵਾਲੀ ਗੱਲ ਆ। ਕੀ ਰਮਨ ਜੀ ਇਹਦੇ ਵਿੱਚ ਜਿਹੜਾ ਬੀਤੇ ਦਿਨਾਂ 'ਚ ਬਾਈਡਨ ਹੁਣਾਂ ਨੇ ਫੈਸਲਾ ਲਿਆ ਸੀਗਾ ਵੀ 1 ਮਿਲੀਅਨ ਬੈਰਲ ਐਵਰੀ ਡੇ ਜਿਹੜਾ ਆ ਭੰਡਾਰ ਦੇ ਵਿੱਚੋਂ ਕੱਢਣਾ ਆ, ਉਹਦੇ ਨਾਲ ਵੀ ਫਰਕ ਪਿਆ ਹੋਊਗਾ? ਰਾਜ ਫਰਕ ਪੈਣਾ ਤਾਂ ਚਾਹੀਦਾ, ਪਰ ਫਰਕ ਆਪਾਂ ਨੂੰ ਪ੍ਰਾਈਸਿਸ ਦੇ ਉੱਤੇ ਕੋਈ ਫਰਕ ਨਹੀਂ ਲੱਗ ਰਿਹਾ ਹੈਗਾ। ਪ੍ਰਾਈਸਿਸ ਦੇ ਵਿੱਚ ਤਾਂ ਆਪਾਂ ਨੂੰ ਕੋਈ ਚੀਜ਼ ਨਹੀਂ ਦਿਖ ਰਹੀ ਹੈਗੀ ਕਿ ਇੱਦਾਂ ਦਾ ਕੋਈ ਐਕਸਟਰਾ ਮਿਲੀਅਨ ਬੈਰਲ ਜਿਹੜੇ ਆ ਉਹ ਜੇ ਇਸ਼ੂ ਕੀਤੇ ਹੈਗੇ ਆ ਤੇ ਉਹਦਾ ਕੋਈ ਫਰਕ ਪੈ ਰਿਹਾ ਹੈਗਾ ਜਾਂ ਉਹਦੇ ਲਈ ਕੋਈ ਗੱਲ ਹੋ ਰਹੀ ਹੈਗੀ ਆ। ਸੋ ਆਈ ਡੋਂਟ ਨੋ, ਮੈਨੂੰ ਵੀ ਇਸ ਚੀਜ਼ ਦੇ ਉੱਤੇ ਬਿਲਕੁਲ ਹੈਰਾਨੀ ਆ ਕਿ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਨਹੀਂ ਮਿਲ ਰਹੀਆਂ ਹੈਗੀਆਂ ਜਾਂ ਤੁਹਾਨੂੰ ਉਹਦਾ ਅਸਰ ਦਿਖਣਾ ਚਾਹੀਦਾ, ਪਰ ਅਸਰ ਨਹੀਂ ਦਿਖ ਰਿਹਾ ਨਾ। ਮਤਲਬ ਕਿ ਠੀਕ ਹੈ ਕੀਤਾ ਆ ਉਹਨਾਂ ਨੇ, ਬਹੁਤ ਕੰਮ ਕੀਤਾ ਹੈ, ਪਰ ਉਹਦੇ ਲਈ ਅਸਰ ਜਿਹੜਾ ਹੈਗਾ ਉਹ ਨਹੀਂ ਦਿਖ ਰਿਹਾ ਹੈਗਾ। ਸੋ ਉਹਦੇ ਤੇ ਗੱਲ ਕਰਨ ਦੀ ਲੋੜ ਹੈਗੀ ਆ। ਤੇ ਰਾਜਗੜ੍ਹ ਇੱਥੇ ਦੱਸਦਾ ਕਿ ਜਿਹੜੀ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਆ ਉਹ ਮਈ 17, 18 ਤੇ 19 ਨੂੰ ਹੈਗਾ ਆ, ਤੇ ਜਿਹਦੇ ਉੱਤੇ ਇਸ ਵਾਰੀ ਜਿਹੜੀ DOT ਹੈਗੀ ਆ ਉਹਨਾਂ ਦਾ ਫੋਕਸ ਜਿਹੜਾ ਹੈਗਾ ਆ ਉਹ ਵੀਲ ਐਂਡ ਜਿਹੜੇ ਚੱਕੇ ਦੇ ਐਂਡ ਹੈਗੇ ਆ, ਕੋਈ ਵੀ ਚੀਜ਼ ਜਿਹੜੀ ਤੁਹਾਡੀ ਵੀਲ ਦੇ ਐਂਡ ਤੇ ਹੈਗੀ ਆ ਉੱਥੇ ਉਹਨਾਂ ਦਾ ਧਿਆਨ ਰਹਿਣਾ ਹੈਗਾ। ਸੋ ਜਿਹੜੇ ਮਤਲਬ ਕਿ ਵੀਰ ਇਸ ਵੇਲੇ ਕਈ ਬਹੁਤ ਮੈਂ ਦੇਖਿਆ ਕਿ ਕੰਪਨੀ ਜਿਹੜੀਆਂ ਹੈਗੀਆਂ ਜਾਂ ਬੰਦੇ ਜਿਹੜੇ ਹੈਗੇ ਆ ਉਹ ਸਿੰਪਲੀ ਟਰੱਕ ਖੜੇ ਹੀ ਕਰ ਦਿੰਦੇ ਵੀ ਚਲੋ ਛੱਡੋ 2-3 ਦਿਨ ਆਪਾਂ ਛੁੱਟੀ ਬਣਾ ਲਓ। ਪਰ ਜਿਨ੍ਹਾਂ ਨੇ ਤੁਸੀਂ ਰੋਡ ਤੇ ਹੋਣਾ ਆ ਮਈ 17, 18, 19 ਨੂੰ ਇਹ ਜਿਹੜਾ ਆ ਇਹ ਜਿਹੜਾ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਇਹ ਕੰਟੀਨਿਊਸਲੀ 72 ਆਵਰਸ ਲਈ ਚੱਲਣਾ ਹੈਗਾ, ਜਿਹੜਾ ਕਿ ਆਪਣੇ US, ਕੈਨੇਡਾ ਤੇ ਮੈਕਸੀਕੋ ਤਿੰਨੇ ਕੰਟਰੀ ਜਿਹੜੇ ਰਲ ਕੇ ਜਿਹੜੇ ਆ ਇੰਟਰਨੈਸ਼ਨਲ ਰੋਡ ਚੈੱਕ ਨੂੰ ਇਹ ਦਿੰਦੇ ਆ, ਇੰਜਾਮ ਦਿੰਦੇ ਆ। ਸੋ ਇਹ ਇਸ ਰੋਡ ਚੈੱਕ ਦੇ ਉੱਤੇ ਜਿਹੜਾ ਆ ਉਹ ਵੀਲ ਐਂਡ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਫੋਕਸ ਰਹੂਗਾ। ਸੋ 3 ਦਿਨ ਅਗਲੇ ਮੰਗਲਵਾਰ ਤੋਂ ਅਗਲੇ ਵੀਰਵਾਰ ਤੱਕ ਜਿਹੜਾ ਇਹ ਰਹਿਣਾ ਆ। ਸੋ 17, 18, 19 3 ਦਿਨ ਜਿਹੜੇ ਇੰਸਪੈਕਸ਼ਨਸ ਜਿਹੜੀਆਂ ਚੱਲਣੀਆਂ ਉਹ ਤਾਂ ਚਲੋ ਤੁਹਾਨੂੰ ਆਲ ਦਾ ਟਾਈਮ ਆਪਣਾ ਪੇਪਰ ਵਰਕ ਵਗੈਰਾ ਸਾਰਾ ਹੀ ਪੂਰਾ ਕਰਕੇ ਰੱਖਣਾ ਜਿਹੜਾ ਚਾਹੀਦਾ ਆ। ਇਹਨਾਂ ਦਿਨਾਂ ਦੇ ਵਿੱਚ ਥੋੜ੍ਹਾ ਜ਼ਿਆਦਾ ਧਿਆਨ ਰੱਖੋ ਵੀ ਗਲਤੀਆਂ ਜਿਹੜੀਆਂ ਉਹ ਬਿਲਕੁਲ ਵੀ ਨਾ ਹੋਣ, ਕਿਤੇ ਕੋਈ ਅਣਗਹਿਲੀ ਜਿਹੜੀ ਆ ਉਹ ਨਾ ਰਹਿ ਜਾਵੇ, ਆਊਟ ਆਫ ਸਟੇਟਸ ਨਾ ਹੋ ਜਾਓ, ਬਾਅਦ ਦੇ ਵਿੱਚ ਐਵੇਂ ਲੰਬੀਆਂ ਚੌੜੀਆਂ ਭਾਰੀਆਂ ਟਿਕਟਾਂ ਜਿਹੜੀਆਂ ਉਹ ਨਾ ਦੇਣੀਆਂ ਜਿਹੜੀਆਂ ਉਹ ਪੈ ਜਾਣ। ਸੋ ਉਸ ਚੀਜ਼ ਤੋਂ ਤੁਸੀਂ ਬਚਾਅ ਜਿਹੜਾ ਉਹ ਰੱਖਿਓ। ਤੇ ਰਮਨ ਜੀ ਆਪਾਂ ਉਸ ਮੁੱਦੇ ਦੇ ਉੱਤੇ ਮੁੜ ਦੁਬਾਰਾ ਹਰਜੋਤ ਜੀ ਵਾਪਸ ਗੱਲ ਕਰਦੇ ਹਾਂ, ਜਿਹੜੀ ਡੀਜ਼ਲ ਦੇ ਪ੍ਰਾਈਸ ਨੂੰ ਜਿਹੜਾ ਉਹ ਲੈ ਕੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਬੈਰਲਸ ਆਪਣੇ ਭੰਡਾਰ 'ਚੋਂ ਅਮਰੀਕਾ ਉਹ ਵੀ ਵੰਡ ਰਿਹਾ ਆ, ਉਹ ਵੀ ਕਹਿੰਦਾ ਵੀ ਲੈ ਲਓ ਅਸੀਂ ਪ੍ਰਾਈਸ ਜਿਹੜੀ ਉਹ ਘਟੇ। ਕਈ ਸੂਬੇ ਆਪਣੇ ਪੱਧਰ ਦੇ ਉੱਤੇ ਟੈਕਸ ਕੱਟ ਦੀ ਗੱਲ ਕਰ ਰਹੇ, ਪਰ ਇਵੈਂਚੁਅਲੀ ਪ੍ਰੋਬਲਮ ਕੀ ਆ ਰਹੀ ਆ, ਰਿਕਾਰਡ ਤੋੜ ਪ੍ਰੋਫਿਟ ਜਿਹੜੇ ਰਿਫਾਈਨਰੀਆਂ ਆ ਉਹਨਾਂ ਦੇ ਜਿਹੜੇ ਮਾਲਕ ਆ ਵੱਡੀਆਂ ਵੱਡੀਆਂ BP ਹੋ ਗਿਆ, ਸ਼ੈਲ ਹੋ ਗਈਆਂ, ਇੱਦਾਂ ਦੀਆਂ ਨੂੰ ਪਹਿਲੇ ਕੁਆਰਟਰ 'ਚ ਰਿਕਾਰਡ ਤੋੜ ਪ੍ਰੋਫਿਟ ਆ। ਇਹਦਾ ਮਤਲਬ ਉਹਨਾਂ ਨੂੰ ਲੋਕਾਂ ਦੀ ਇਸ ਟਾਈਮ ਕੋਈ ਪਰਵਾਹ ਨਹੀਂ ਆ। ਹੁਣ ਮੈਨੂੰ ਤੇ ਵਿੱਚ ਜੇ ਇੱਦਾਂ ਲੱਗ ਰਿਹਾ ਵੀ ਜਿਹੜਾ ਫਿਊਲ ਕਰੰਚ ਦੀ ਗੱਲ ਕਰ ਰਹੇ ਆ ਇਹ ਪ੍ਰਾਈਸ ਹੋਰ ਵਧਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ ਸ਼ਗੂਫਾ ਜਿਹਾ ਜਿਹੜਾ ਉਹ ਛੱਡ ਦਿੱਤਾ ਵੀ ਭਾਈ ਹੋਰ ਮਹਿੰਗਾ ਜਿਹੜਾ ਉਹ ਕਰ ਦਈਏ। ਬੈਰਲ ਜਿਹੜਾ ਉੱਥੇ ਸਟੇਬਲ ਆ ਤਕਰੀਬਨ, ਪਰ ਪ੍ਰਾਈਸ ਜਿਹੜਾ ਉਹ ਵੱਧਦਾ ਜਾ ਰਿਹਾ। ਇਹ ਵਿੱਚੋਂ ਮੁਨਾਫਾ ਘਟਾਉਣ ਨੂੰ ਰਾਜੀ ਹੋਈ ਨਹੀਂ, ਵਧਾਈ ਜਾਂਦੇ ਆ, ਲੁੱਟੀ ਹੋਈ ਜਾਂਦੇ ਆ। ਸੋ ਬਿਲਕੁਲ ਰਮਨ ਜੀ, ਜਿਹੜਾ ਨਾ ਦੇਖੋ 2 ਸਾਲ ਪਹਿਲਾਂ ਹਜੇ $2.59 ਨੂੰ ਸੀ ਡੀਜ਼ਲ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ। ਰਾਈਟ ਨਾਓ $5.25 ਆ। ਬਹੁਤ ਸਾਰੇ ਜਿਹੜੇ ਲੋਕ ਆ ਨਾ ਉਹਨਾਂ ਨੂੰ ਇਹ ਭੁਲੇਖਾ ਆ ਵੀ ਜਿਹੜੇ ਗੈਸ ਦੇ ਉੱਤੇ ਡਿਪੈਂਡ ਆ, ਅਮਰੀਕਨਸ ਸਾਰੇ ਡਰਾਈਵ ਕਰਦੇ ਗੈਸੋਲੀਨ ਦੇ ਉੱਤੇ, ਪਰ ਜਿਹੜੀ ਅਮਰੀਕਾ ਦੀ ਇਕੋਨਮੀ ਆ ਉਹ ਡੀਜ਼ਲ ਫਿਊਲ ਦੇ ਉੱਤੇ ਡਰਾਈਵ ਕਰਦੀ ਆ। ਇਹ ਬਹੁਤ ਲੋਕਾਂ ਨੂੰ ਭੁਲੇਖਾ। ਸੋ ਡੀਜ਼ਲ ਫਿਊਲ ਦੇ ਉੱਤੇ ਜਿਹੜਾ ਆ ਵਾਈਟ ਹਾਊਸ ਨੂੰ ਕੰਮ ਕਰਨਾ ਚਾਹੀਦਾ, ਕਿਉਂਕਿ ਸਾਰਾ ਕੁਝ ਤਾਂ ਉਹਦੇ ਤੇ ਚੱਲਣਾ ਹੈ। ਠੀਕ ਹੈ ਜੀ। ਨਹੀਂ ਬਿਲਕੁਲ ਜੀ, ਬਿਲਕੁਲ ਇਹ ਤਾਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਜ਼ਰੂਰੀ ਹੈਗੀਆਂ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਧਿਆਨ ਦੇਣਾ ਚਾਹੀਦਾ, ਔਰ ਸਾਡੀ ਜਿਹੜੀ ਸੋਚ ਆ ਔਰ ਜਿਹੜੀ ਦੌੜ ਆ ਉਹ ਵੀ ਇਸ ਪਾਸੇ ਨੂੰ ਹੈਗੀ ਆ ਕਿ ਇਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਵੇ। ਕਿਉਂਕਿ ਗੱਲ ਹੁੰਦੀ ਹੈ ਨਾ, ਕਈ ਵਾਰੀ ਇੱਕ ਲੌਜਿਕ ਹੁੰਦਾ, ਇੱਕ ਚੀਜ਼ ਸਮਝ ਆਉਂਦੀ ਆ ਕਿ ਚਲੋ ਠੀਕ ਆ, ਆਹ ਚੀਜ਼ ਹੋ ਗਈ, ਏਦਾਂ ਹੋ ਗਿਆ, ਏਦਾਂ ਹੋ ਗਿਆ, ਠੀਕ ਹੈ ਨਾ, ਇੱਕ ਲੌਜਿਕ ਬਣ ਜਾਂਦਾ। ਇਹਦਾ ਕੋਈ ਲੌਜਿਕ ਨਹੀਂ ਬਣ ਰਿਹਾ ਹੈਗਾ, ਕੋਈ ਵੀ ਕਿਸੇ ਹਿਸਾਬ ਦੇ ਨਾਲ ਸਮਝ ਨਹੀਂ ਆ ਰਹੀ ਹੈਗੀ ਕਿ ਵਾਈ ਦਾ ਪ੍ਰਾਈਸਿਸ ਆਰ ਇਨਕਰੀਜ਼ਿੰਗ। ਫਿਰ ਜਿਹੜੀਆਂ ਆਇਲ ਕੰਪਨੀਜ਼ ਹੈਗੀਆਂ ਨੇ ਰੈਕਡ ਪ੍ਰੋਫਿਟ ਸ਼ੋ ਕਰ ਰਹੀਆਂ, ਠੀਕ ਹੈ ਨਾ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਰੈਕਡ ਪ੍ਰੋਫਿਟ ਸ਼ੋ ਕਰ ਰਹੀਆਂ ਹੈਗੀਆਂ।
ਜੀ ਸੋ ਆਪਾਂ ਸਰੋਤਿਆਂ ਦੀ ਵੀ ਕਾਲਾਂ ਲੈਣੀਆਂ ਰਾਜਕਵੀਰ ਸਿੰਘ ਜੀ, ਜੀ, ਬਿਲਕੁਲ ਕੀ ਉਹਨਾਂ ਦੇ ਵਿਚਾਰ ਹੈ ਜੀ, ਬਿਲਕੁਲ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਆ। ਆਈ ਥਿੰਕ ਇਹ ਵੇਲਾ ਹੈਗਾ, ਵਕਤ ਹੈਗਾ ਲੋਕਾਂ ਨੂੰ ਇਹ ਹੁਣ ਸਰਕਾਰਾਂ ਦੇ ਨਾਲ ਇਹਨਾਂ ਕੰਪਨੀਆਂ ਨੂੰ ਵੀ ਸਵਾਲ ਜਿਹੜੇ ਉਹ ਹੋਣੇ ਚਾਹੀਦੇ ਆ ਵੀ ਭਾਈ ਇੰਨਾ ਮਾਰਜਨ ਜਿਹੜਾ ਵਿੱਚ ਰੱਖ ਕੇ ਤੁਸੀਂ ਚੱਲ ਰਹੇ ਆ। ਨੋ ਡਾਊਟ ਕੈਪੀਟਲਿਸਟ ਮੁਲਕ ਹੈਗਾ ਆ, ਪਰ ਲੋਕਾਂ ਦਾ ਮਾੜਾ ਮੋਟਾ ਦਾ ਧਿਆਨ ਰੱਖੋ। ਕੋਈ ਉੱਤਰ ਜਿਹਾ ਜਿਹੜਾ ਇਹਨਾਂ ਦੇ ਕੋਲ ਬਣ ਨਹੀਂ ਰਿਹਾ ਵੀ ਬਾਕੀ ਸਾਰਾ ਕੁਝ ਉਸੇ ਹਿਸਾਬ ਦੇ ਨਾਲ ਸਟੇਬਲ ਆ। ਤੇ ਅਮਰੀਕਾ ਕਿਹੜਾ ਕੱਲਾ ਯੂਕਰੇਨ ਤੇ ਰੂਸ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਆਪਣੇ ਡੀਜ਼ਲ ਦੇ ਲਈ ਸਾਰਾ ਕੁਝ ਆ। ਹੁਣ ਤਾਂ ਚਲੋ ਪ੍ਰਸ਼ਾਸਨ ਕਹਿ ਰਿਹਾ ਵੀ ਕੱਢੋ ਤੇਲ ਅਮਰੀਕਾ ਦੇ ਵਿੱਚੋਂ ਵੀ ਤੁਸੀਂ ਕੱਢਣਾ ਸ਼ੁਰੂ ਕਰੋ, ਕਿਉਂਕਿ ਡੈਮੋਕ੍ਰੇਟਾਂ ਨੇ ਆ ਕੇ ਪਹਿਲਾਂ ਇਸ ਚੀਜ਼ ਦੇ ਉੱਤੇ ਰੋਕ ਲਾਈ ਸੀ ਬਾਈਡਨ ਉਹਨਾਂ ਨੇ, ਤੇ ਹੁਣ ਉਹਨਾਂ ਨੂੰ ਇਵੈਂਚੁਅਲੀ ਉਹ ਚੀਜ਼ ਕਰਨੀ ਪੈ ਰਹੀ ਆ। ਵੈਨੇਜ਼ੁਏਲਾ ਦੇ ਮੂਹਰੇ ਹੱਥ ਅੱਡ ਕੇ ਜਿਹੜੇ ਹੁਣ ਖੜੇ ਆ ਵੀ ਭਾਈ ਸਾਨੂੰ ਹੋਰ ਕਰੂਡ ਆਇਲ ਜਿਹੜਾ ਆ ਉਹ ਦੇ ਦਿਓ। ਸੋ ਕੁਛ ਨਾ ਕੁਛ ਤਾਂ ਐਨਰਜੀ ਇੰਡੀਪੈਂਡੈਂਸ ਕਰਨ ਦੇ ਲਈ ਇਹਨਾਂ ਨੂੰ ਸਖਤ ਕਦਮ ਚੱਕਣ ਦੀ ਜ਼ਰੂਰਤ ਹੈ। ਤੇ ਬਾਕੀ ਕੰਪਨੀਆਂ ਨੂੰ ਵੀ ਮਾੜਾ ਮੋਟਾ ਸਵਾਲ ਪੁੱਛੋ ਵੀ ਭਾਈ ਇੰਨਾ ਪ੍ਰੋਫਿਟ ਜਾਣਾ ਕਿੱਥੇ ਆ, ਕਿਹੜਾ ਨਾਲ ਚਲੇ ਜਾਣਾ ਸਾਰਾ ਕੁਝ। ਥੋੜਾ ਬਹੁਤਾ ਤਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ।